ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਵੇਖ ਰਹੇ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਦੀ ਮੁਲਾਕਾਤ ਕਰਵਾਉਂਦੇ ਹਾਂ ਔਰ ਉਸ ਸ਼ਖਸੀਅਤ ਦੇ ਪਿਛੋਕੜ, ਉਹਨਾਂ ਦੀ ਜੀਵਨ ਦੀਆਂ ਪ੍ਰਾਪਤੀਆਂ ਅਤੇ ਜਿਹੜੀ ਉਹ ਸ਼ਖਸੀਅਤ ਸਮਾਜ ਨੂੰ ਕੁਝ ਸੇਧ ਦੇ ਰਹੀ ਹੁੰਦੀ ਹੈ, ਭਾਵੇਂ ਉਹ ਆਪਣੀਆਂ ਗਤੀਵਿਧੀਆਂ ਜਾਂ ਆਪਣੀਆਂ ਲੇਖਣੀ ਜਾਂ ਆਪਣੇ ਕਿਸੇ ਹੋਰ ਕਿੱਤੇ ਦੇ ਕਰਕੇ, ਤਾਂ ਉਹਨਾਂ ਨੂੰ ਸਾਨੂੰ ਤੁਹਾਡੇ ਸਨਮੁਖ ਕਰਕੇ ਬਹੁਤ ਖੁਸ਼ੀ ਮਿਲਦੀ ਹੈ। ਤੋ ਇਸੇ ਤਰ੍ਹਾਂ ਅੱਜ ਦੀ ਇਸ ਇੱਕ ਜਿਹੜੀ ਖਾਸ ਸ਼ਖਸੀਅਤ ਹੈ ਉਹਨਾਂ ਦੇ ਨਾਲ ਤੁਹਾਡਾ ਤਾਰੁਫ ਕਰਾਉਣ ਤੋਂ ਪਹਿਲਾਂ ਮੈਂ ਵੀ ਦੱਸ ਦਿਆਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਿਹੜੇ ਦੂਜੇ ਮੇਰੇ ਹੋਸਟ ਹੋਣਗੇ ਮੇਰੇ ਨਾਲ, ਉਹ ਹੋਣਗੇ ਡਾਕਟਰ ਨਿਰਮਲ ਜਸਵਾਲ ਜੀ, ਜਿਨ੍ਹਾਂ ਨੂੰ ਤੁਸੀਂ ਅਕਸਰ ਹੈਲੋ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਵੇਖਿਆ ਤੇ ਵੱਖ-ਵੱਖ ਸਾਹਿਤਕ ਸਰਗਰਮੀਆਂ ਦੇ ਵਿੱਚ ਉਹਨਾਂ ਦਾ ਬੜਾ ਵਡਮੁੱਲਾ ਜਿਹੜਾ ਨਾਮਣਾ ਅਤੇ ਯੋਗਦਾਨ ਦੇ ਕਰਕੇ ਉਹਨਾਂ ਨੇ ਮੱਲਾਂ ਮਾਰੀਆਂ ਨੇ। ਸੋ ਪਹਿਲਾਂ ਮੈਂ ਡਾਕਟਰ ਨਿਰਮਲ ਜਸਵਾਲ ਜੀ ਨੂੰ ਤੁਹਾਡੇ ਰੂਬਰੂ ਕਰਾਦਾ। ਸੋ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਜੀ। ਆਇਆਂ ਨੂੰ ਜੀ। ਪਹਿਲਾਂ ਤਾਂ ਮੇਰੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਸਤਿ ਸ਼੍ਰੀ ਮਾਰਨਿੰਗ, ਅਕਾਲ ਜੀ। ਆਦਾਬ, ਜੋ ਵੀ ਹੈ, ਤੇ ਸਾਰੇ ਦਰਸ਼ਕਾਂ ਨੂੰ ਤੇ ਆਪਣੇ ਥੈਂਕਸ ਫॉर ਹੈਲੋ ਕੈਨੇਡਾ ਐਂਡ ਜੋ ਵੀ ਜਿੱਥੇ ਵੀ ਜਾਏਗਾ ਰਿਕਾਰਡਿੰਗ ਹੋਏਗੀ। ਤੇ ਮੇਰੇ ਵੱਲੋਂ ਮੈਂ ਆਪਣੇ ਚੀਮਾ ਸਾਹਿਬ ਆਏ ਨੇ, ਕਰਨਲ ਚੀਮਾ ਸਾਹਿਬ, ਉਹਨਾਂ ਨੂੰ ਜੀ ਆਇਆਂ ਕਰਦੀ ਹਾਂ। ਥੈਂਕ ਯੂ ਮੈਮ, ਥੈਂਕ ਯੂ। ਬਿਲਕੁਲ। ਸੋ ਕਰਨਲ ਦਲਜੀਤ ਸਿੰਘ ਚੀਮਾ ਜੀ, ਤੁਹਾਡਾ ਨਿੱਘਾ ਸਵਾਗਤ। ਮੈਂ ਮਤਲਬ ਉਹੀ ਕਹਿਣਾ ਚਾਹੁੰਦਾ ਸੀ ਕਿ ਕਈ ਵਾਰ ਨਾ ਜੀ ਮਲਟੀ ਫੈਸਟਡ ਜਿਹੜੀਆਂ ਪਰਸਨੈਲਿਟੀਜ਼ ਹੁੰਦੀਆਂ ਨੇ, ਵਰਸਟਾਈਲ ਜਿਹਨੂੰ ਪਰਸਨੈਲਿਟੀਜ਼ ਕਹਿੰਦੇ ਆ, ਔਰ ਸਾਡੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਤੁਸੀਂ ਤੁਹਾਡੇ, ਜੇਕਰ ਮੈਂ ਪਿਛਲੇ ਜਿੰਨਾ ਕੁ ਮੈਂ ਤੁਹਾਡੇ ਬਾਇਓ ਦੇ ਬਾਰੇ ਬਾਇਓ ਵੇਖੀ ਤੁਹਾਡੀ, ਤੇ ਮੈਂ ਇਹ ਜਾਣਨਾ ਚਾਹਾਂਗਾ ਕਿ ਤੁਸੀਂ ਜਿਹੜਾ ਏਡਾ ਵੱਡਾ ਸਫ਼ਰ ਜਿਹੜਾ ਹੈ ਭਾਰਤ ਦੀ ਫੌਜ ਦੀ ਜਿਹੜੀ ਹੈ ਸੇਵਾ ਕੀਤੀ, ਤੁਸੀਂ ਸੇਵਾ ਨਿਵਰਤ ਹੋਣ ਤੋਂ ਬਾਅਦ ਤੁਸੀਂ ਕਿਤਾਬਾਂ ਦੇ ਵਿੱਚ ਔਰ ਉਸ ਦੇ ਦੌਰਾਨ ਵੀ ਤੁਸੀਂ ਜੁੜੇ ਹੋਏ ਹੋ ਅਧਿਆਪਨ ਦੇ ਕਾਰਜ ਦੇ ਵਿੱਚ। ਤੋਂ ਮੈਂ ਆਪਣੇ ਦਰਸ਼ਕਾਂ ਦੇ ਰੂਬਰੂ ਅੱਜ ਇੱਕ ਅਜਿਹੀ ਸ਼ਖਸੀਅਤ ਨੂੰ ਜਿਹੜਾ ਹੈ ਜੀ ਕਰਨ ਜਾ ਰਿਹਾ, ਜਿਨ੍ਹਾਂ ਦੇ ਬਾਰੇ ਸ਼ਾਇਦ ਤੁਸੀਂ ਜਾਣ ਕੇ ਤੁਹਾਨੂੰ ਖੁਸ਼ੀ ਮਿਲੇਗੀ ਔਰ ਤੁਹਾਨੂੰ ਜਿਹੜੀ ਨਾ ਇੱਕ ਖਾਸ ਕਿਸਮ ਦੀ ਮੋਟੀਵੇਸ਼ਨ ਮਿਲੇਗੀ। ਮੈਂ ਤੁਹਾਡੀਆਂ ਦੋ ਕਿਤਾਬਾਂ ਦੇ ਬਾਰੇ ਜ਼ਿਕਰ ਅੱਗੇ ਚੱਲ ਕੇ ਜ਼ਰੂਰ ਕਰਾਂਗਾ। ਔਰ ਵੈਸੇ ਤਾਂ ਕਿਤਾਬਾਂ 18 ਲਿਖੀਆਂ ਨੇ ਤੁਸੀਂ ਔਰ ਸਟਿਲ ਲਿਖ ਰਹੇ ਹੋ। ਤਾਂ ਸਭ ਤੋਂ ਪਹਿਲਾਂ ਤਾਂ ਕਰਨਲ ਦਲਜੀਤ ਚੀਮਾ ਜੀ, ਤੁਹਾਡਾ ਅੱਜ ਹੈਲੋ ਕੈਨੇਡਾ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਥੈਂਕ ਯੂ ਨਾਗਰਾ ਸਾਹਿਬ ਫॉर ਹੈਵਿੰਗ ਮੀ। ਆਲ ਵਿਊਅਰਸ, ਗੁੱਡ ਈਵਨਿੰਗ, ਨਮਸਕਾਰ, ਸਤਿ ਸ਼੍ਰੀ ਅਕਾਲ ਔਰ ਜੈ ਹਿੰਦ। ਬਹੁਤ ਅੱਛੇ on the time zone ਜਿੱਥੇ ਜਿੱਥੇ ਤੁਸੀਂ ਬੈਠੇ ਹੋ, ਔਰ ਆਈ ਐਮ ਸੋ ਹੈਪੀ that I have been invited for this wonderful talk। ਮੈਨੂੰ ਬੜੀ ਖੁਸ਼ੀ ਹੈ ਔਰ ਮੈਂ ਚਾਹਨਾ ਵਾਂ ਕਿ ਜੇ ਮੈਂ ਕੁਝ ਸ਼ੇਅਰ ਕਰ ਸਕਣਾ ਆਪਣੀ ਲਾਈਫ ਬਾਰੇ, ਤੇ ਜੇ ਉਹਦਾ ਕਿਸੇ ਨੂੰ ਕੋਈ ਥੋੜੀ ਬਹੁਤ ਇਨਸਪੀਰੇਸ਼ਨ ਮਿਲ ਸਕਦੀ ਹੈ ਤੇ ਇਹ ਮੇਰੇ ਵਾਸਤੇ ਬਹੁਤ ਵੱਡੇ ਸੁਭਾਗ ਦੀ ਗੱਲ ਹੋਏਗੀ। ਬਹੁਤ ਅੱਛੇ ਚੀਮਾ ਸਾਹਿਬ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਦੋਂ ਵੀ ਅਸੀਂ ਕਿਸੇ ਸ਼ਖਸੀਅਤ ਦੀ ਪਹਿਚਾਣ ਕਰਾਉਣੀ ਹੁੰਦੀ ਹੈ ਤਾਂ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਉਹਨਾਂ ਦਾ ਜੇਕਰ ਪਿਛੋਕੜ ਦੇ ਬਾਰੇ ਆਪਾਂ ਨਾ ਦੱਸੀਏ ਤਾਂ ਬੜੀ ਜਿਹੜੀ ਉਹ ਗਲਤ ਗੱਲ ਹੋਏਗੀ। ਸੋ ਮੈਂ ਚੀਮਾ ਸਾਹਿਬ ਤੁਹਾਡੇ ਕੋਲੋਂ ਹੀ ਜਾਣਨਾ ਚਾਹਾਂਗਾ ਕਿ ਤੁਸੀਂ ਸੇਵਾ ਨਿਵਰਤ ਕਰਨਲ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਫੌਜੀ ਰਹੇ ਹੋ, ਦੇਸ਼ੀ ਸੇਵਾ ਕੀਤੀ ਹੈ, ਤੁਸੀਂ ਅਧਿਆਪਨ ਕਾਰਜ ਦੇ ਵਿੱਚ ਅੱਜ ਵੀ ਲੱਗੇ ਹੋਏ ਹੋ ਤੇ ਕਿਤਾਬਾਂ ਤਾਂ ਤੁਸੀਂ ਲਿਖ ਹੀ ਰਹੇ ਹੋ। ਔਰ ਮੈਂ ਫਿਰ ਕਿਤਾਬਾਂ ਦੇ ਮਜ਼ਮੂਨ ਔਰ ਕਿਤਾਬਾਂ ਦੇ ਬਾਰੇ ਵੀ ਗੱਲ ਕਰਾਂਗਾ। ਸੋ ਸਭ ਤੋਂ ਪਹਿਲਾਂ ਤਾਂ ਆਪਣਾ ਪਿਛੋਕੜ, ਕਿੱਥੋਂ ਆਉਂਦੇ ਹੋ, ਕਿਵੇਂ ਤੁਸੀਂ ਕਿਵੇਂ ਸੇਵਾ ਦੇ ਵਿੱਚ ਆਏ, ਫੌਜ ਦੀ ਸੇਵਾ 'ਚ ਕਿਵੇਂ ਆਏ, ਤੇ ਫਿਰ ਉਸ ਤੋਂ ਬਾਅਦ ਅਗਲਾ ਸਫ਼ਰ। ਹਾਂਜੀ ਨਾਗਰਾ ਸਾਹਿਬ, ਮੈਂ ਜਿਵੇਂ ਕਿ ਦੇਖ ਰਹੇ ਹੋ ਤੁਸੀਂ ਕਿ ਮੈਂ ਪ੍ਰੀ ਇੰਡੀਪੈਂਡੈਂਸ ਐਰਾ ਦਾ ਐਂਸ਼ੀਐਂਟ ਆਦਮੀ ਆ। ਪਾਕਿਸਤਾਨ ਦੇ ਕੋਟ ਦੇ ਵਿੱਚ ਪੈਦਾ ਹੋਏ ਸੀ ਤੇ ਆਈ ਡਿਡ ਮਾਈ ਮੈਟ੍ਰਿਕੂਲੇਸ਼ਨ ਫਰਮ ਅ ਸਮਾਲ ਟਾਊਨ। ਔਰ ਮੈਂ ਆਈ ਵਾਸ ਫੋਰਚੂਨੇਟ ਕਿ ਆਈ ਸਟੂਡ 3rd ਇਨ ਪੰਜਾਬ ਯੂਨੀਵਰਸਿਟੀ ਔਰ ਮੈਨੂੰ ਪੰਜਾਬ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਮਿਲਿਆ। ਤੇ ਇੱਕ ਡੀਏਵੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ, ਬਹੁਤ ਮਹਾਨ ਪ੍ਰਿੰਸੀਪਲ BS ਬਹਿਲ। ਹੀ ਰੋਟ ਏ ਲੈਟਰ, ਐਕਚੁਅਲੀ ਪੋਸਟ ਕਾਰਡ ਟੂ ਮਾਈ ਫਾਦਰ ਕਿ ਇਹ ਬੱਚਾ ਸਾਨੂੰ ਦਿਓ ਤੇ ਅਸੀਂ ਇਹਨੂੰ ਤਿਆਰ ਕਰਨਾ ਚਾਹੁੰਦੇ ਹਾਂ। ਆਮ ਤੌਰ ਤੇ ਛੋਟੇ ਪਿੰਡਾਂ ਦੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ IIT ਕੀ ਹੈ। ਮੈਂ ਜਦੋਂ ਅੰਮ੍ਰਿਤਸਰ ਗਿਆ ਤੇ ਉੱਥੇ ਮੈਨੂੰ ਪਤਾ ਲੱਗਾ ਕਿ IIT ਦਾ ਐਂਟਰੈਂਸ ਐਗਜ਼ਾਮ ਕੋਈ ਹੁੰਦਾ ਤੇ ਮੈਂ IIT ਦੇ ਐਂਟਰੈਂਸ ਐਗਜ਼ਾਮ ਵਿੱਚ ਅਪੀਅਰ ਹੋਇਆ ਤੇ ਇਟ ਵਾਸ ਲੱਕ, ਜਾਂ ਠੀਕ ਸੀ ਮੈਂ ਪੜ੍ਹਾਈ ਦੇ ਵਿੱਚ, ਤੇ ਮੈਂ ਉਹਦੇ 'ਚ ਨਿਕਲ ਗਿਆ ਤੇ ਆਈ ਜੁਆਇਨਡ IIT ਕਾਨਪੁਰ। that was in 1961। ਉਹਦੇ ਬਾਅਦ ਮੈਂ IMA ਦਾ, ਆਰਮੀ ਤੋਂ ਮੈਨੂੰ ਬਹੁਤ ਹੀ ਫੈਸੀਨੇਸ਼ਨ ਹੁੰਦੀ ਸੀ ਹਮੇਸ਼ਾ ਬਚਪਨ ਤੋਂ ਹੀ, ਤੇ ਮੈਂ IMA ਦਾ ਵੀ ਇਮਤਿਹਾਨ ਦਿੱਤਾ ਹੋਇਆ ਸੀ। ਫੋਰਚੂਨੇਟਲੀ IMA ਦੇ ਵਿੱਚ ਮੈਂ ਕਲੀਅਰ ਹੋ ਗਿਆ। ਤੇ ਜਦੋਂ ਮੈਂ ਆਪਣੇ ਡਾਇਰੈਕਟਰ ਕੋਲ ਗਿਆ ਦੱਸਣ ਵਾਸਤੇ ਕਿ ਸਰ ਆਈ ਵਾਂਟ ਟੂ ਗੋ ਟੂ IMA,
वो बहुत नाराज हुए। डॉक्टर मुथन्ना सानेक, he said कि तू IIT छड़ के you want to go to फौज, but somehow I listened to my heart and I went there to IMA। ਉਹਦੇ ਬਾਅਦ ਮੇਰੀ ਪਹਿਲੀ ਪੋਸਟਿੰਗ ਅਰੁਣਾਚਲ ਪ੍ਰਦੇਸ਼, ਜਿਹਨੂੰ ਨੇਫਾ ਕਹਿੰਦੇ ਨੇ, ਉੱਥੇ ਹੋਈ। ਪਰ ਜਦੋਂ ਮੈਂ ਸਟੂਡੈਂਟ ਸਾਂ ਉਦੋਂ ਹੀ ਮੈਨੂੰ ਲਿਖਣ ਪੜ੍ਹਨ ਦਾ ਥੋੜਾ ਜਿਹਾ ਸ਼ੌਕ ਸੀ। ਸਾਡੇ ਮਾਹੌਲ ਜਿਹੜਾ ਨਾ ਪੜ੍ਹਾਈ ਲਿਖਾਈ ਦਾ ਇਸ ਕਰਕੇ ਸੀ ਕਿ ਮੇਰੇ ਫਾਦਰ ਜਿਹੜੇ ਨਾ, ਉਹਨਾਂ ਨੇ 1920 ਦੇ ਵਿੱਚ FC ਕਾਲਜ ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਸੀ, ਤੇ ਘਰ ਦੇ ਵਿੱਚ ਕਿਤਾਬਾਂ, ਔਰ ਮੈਂ ਜਦੋਂ ਅਜੇ 6ਵੀਂ 7ਵੀਂ 8ਵੀਂ ਚ ਪੜ੍ਹਦਾ ਸੀ, ਉਦੋਂ ਦੋ ਚੀਜ਼ਾਂ ਜਿਹੜੀਆਂ ਨਾ ਸਾਡੇ ਸਾਹਮਣੇ ਮੇਰੇ ਫਾਦਰ ਸੁੱਟਦੇ ਹੁੰਦੇ ਸਨ, ਇੱਕ ਦੀ ਟ੍ਰਿਬਿਊਨ ਔਰ ਦੂਜਾ ਰੀਡਰ ਡਾਈਜੈਸਟ। ਇਹ ਦੋ ਚੀਜ਼ਾਂ ਸਾਡੇ ਮਤਲਬ ਇਹ ਇਨਵੈਂਟਰੀ ਦਾ ਹਿੱਸਾ ਸੀ ਸਾਡੇ ਘਰ ਦੇ, ਤੇ ਉਹ ਪੜ੍ਹਨ ਕਰਕੇ ਥੋੜਾ ਜਿਹਾ ਸ਼ੌਕ ਪੈਦਾ ਹੋ ਗਿਆ। ਤੇ ਉਦੋਂ ਮੈਂ ਦੋ ਛੋਟੀਆਂ ਛੋਟੀਆਂ ਕਵਿਤਾ, ਹੁਣ ਤੇ ਪਤਾ ਨਹੀਂ ਕਿੱਥੇ ਨੇ, ਪਰ ਮੈਂ ਇੱਕ ਪ੍ਰੀਤ ਲੜੀ ਵਾਸਤੇ ਤੇ ਇੱਕ ਜਾਗਰਤੀ, ਇੱਕ ਮੈਗਜ਼ੀਨ ਹੁੰਦੀ ਸੀ ਉਹਨਾਂ ਦਿਨਾਂ 'ਚ, ਉਹਨਾਂ ਵਿੱਚ ਛਪੀ, ਤੇ ਉਹਦੇ ਨਾਲ ਮੈਨੂੰ ਥੋੜੀ ਜਿਹੀ ਐਨਕਰੇਜਮੈਂਟ ਮਿਲੀ। ਹੁਣ ਆਰਮੀ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਕਿੰਨਾ ਟਫ ਕਾਈਂਡ ਦੀ ਲਾਈਫ ਹੈ, 2-2 ਸਾਲ 3-3 ਸਾਲ ਦੇ ਬਾਅਦ ਇੱਧਰ ਉੱਧਰ ਚਲੇ ਜਾਣਾ। ਪਰ ਆਰਮੀ 'ਚ ਮੈਨੂੰ ਇੱਕ ਇੰਸਟ੍ਰਕਟਰ ਦੇ ਤੌਰ ਦੇ ਉੱਤੇ ਆਰਮੀ 'ਚ ਹੁੰਦਾ ਇਹ ਹੈ ਕਿ ਤੁਸੀਂ ਟਾਈਪ ਕਾਸਟ ਹੋ ਜਾਂਦੇ ਹੋ, ਜਿਹੜਾ ਵੀ ਕੰਮ ਕਰਨ 'ਚ ਤੁਸੀਂ ਠੀਕ ਸਮਝੇ ਜਾਂਦੇ ਹੋ। ਮੈਨੂੰ ਐਜ਼ ਏ ਕੈਪਟਨ, ਮੇਜਰ, ਲੈਫਟੀਨੈਂਟ ਕਰਨਲ, ਜਦੋਂ ਤੱਕ ਮੈਂ ਪ੍ਰੀਮਚੋਰ ਰਿਟਾਇਰਮੈਂਟ ਨਹੀਂ ਲਈ, ਉਦੋਂ ਤੱਕ ਮੈਨੂੰ ਸਾਡਾ ਇੱਕ ਮਿਲਟਰੀ ਕਾਲਜ ਆਫ ਇਲੈਕਟ੍ਰੋਨਿਕਸ ਐਂਡ ਮੈਨੇਜਮੈਂਟ ਹੈ ਸਿਕੰਦਰਾਬਾਦ, ਹੈਦਰਾਬਾਦ ਦੇ ਨਾਲ ਟਵਿਨ ਸਿਟੀ ਹੈ, ਤੇ ਮੈਨੂੰ ਉੱਥੇ ਪੋਸਟਡ ਰਿਹਾ, ਕੋ ਮੈਂ 12-14 ਸਾਲ ਉੱਥੇ ਹੀ ਪੋਸਟਡ ਰਿਹਾ। ਸੋ ਉੱਥੋਂ ਜਰਨੀ ਸਟਾਰਟ ਹੋਇਆ। ਆਈ ਸਟਾਰਟਡ ਰਾਈਟਿੰਗ ਫਾਰ ਆਰਮੀ ਮੈਗਜ਼ੀਨਸ ਐਂਡ ਜਰਨਲਸ ਐਂਡ ਆਲ। ਪਰ ਆਰਮੀ 'ਚ ਲਿਖਣਾ ਬਹੁਤ ਮੁਸ਼ਕਲ ਹੁੰਦਾ ਹੈ, ਕਿਉਂਕਿ ਤੁਹਾਨੂੰ ਅਪਰੂਵ ਕਰਵਾਉਣ ਵਾਸਤੇ ਕਈ ਚੀਜ਼ਾਂ, ਔਰ ਯੂ ਆਰ ਕੰਸਟੇਨਡ ਬਾਈ ਸੋ ਮੈਨੀ ਥਿੰਗਸ, ਤੁਸੀਂ ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਜਦੋਂ ਮੈਂ ਪ੍ਰੀਮਚੋਰ ਰਿਟਾਇਰਮੈਂਟ ਲਈ ਤੇ ਮੈਨੂੰ ਪੜ੍ਹਾਉਣ ਦਾ ਸ਼ੌਕ ਸੀ, ਔਰ ਸਾਰੇ ਕਹਿੰਦੇ ਸਨ ਕਿ ਯੂ ਆਰ ਗੁੱਡ ਇਨ ਟੀਚਿੰਗ, ਤੇ ਮੈਂ ਪੰਜਾਬ ਯੂਨੀਵਰਸਿਟੀ 'ਚ MBA ਨੂੰ ਪੜ੍ਹਾਉਣਾ ਸ਼ੁਰੂ ਕੀਤਾ। That was in 96 ਤੋਂ ਮੈਂ ਪੰਜਾਬ ਯੂਨੀਵਰਸਿਟੀ MBA ਵਗੈਰਾ ਪੜ੍ਹਾਉਂਦਾ ਸੀ, ਤੇ ਉਹ somebody thought that I was capable, ਤੇ ਮੈਨੂੰ ਇੱਕ ਭਾਰਤੀ ਵਿਦਿਆ ਭਵਨ ਦਇਆਨੰਦ ਕਾਲਜ ਆਫ ਕਮਿਊਨੀਕੇਸ਼ਨ ਐਂਡ ਮੈਨੇਜਮੈਂਟ ਹੈ ਚੰਡੀਗੜ੍ਹ ਦੇ ਵਿੱਚ, ਜਿੱਥੇ ਅਸੀਂ ਜਰਨਲਿਸਟ ਨੂੰ ਵੀ ਤਿਆਰ ਕਰਨੇ ਆ, ਮਾਸ ਕਮਿਊਨੀਕੇਸ਼ਨ ਐਂਡ ਆਲ। ਮੈਂ ਉੱਥੇ ਪ੍ਰਿੰਸੀਪਲ ਬਣ ਗਿਆ, ਔਰ ਉਹਦੇ ਨਾਲ ਨਾਲ ਹੀ DAV ਕਾਲਜ ਚੰਡੀਗੜ੍ਹ ਹੈ ਇੱਕ, ਉਹਦੇ ਵਿੱਚ ਮੈਨੂੰ ਡਾਇਰੈਕਟਰ ਦੀ ਪੋਜੀਸ਼ਨ ਮਿਲ ਗਈ। ਤੇ ਮੈਂ ਕੋਈ 10 ਸਾਲ ਇਹ ਕੰਮ ਜਿਹੜਾ ਨਾ ਬੜੇ ਜ਼ੋਰ ਸ਼ੋਰ ਦੇ ਨਾਲ ਕੀਤਾ, ਕਿਉਂ ਮੈਂ ਨਾ ਆਈ ਬਿਲੀਵ, ਔਰ ਮੇਰਾ ਬਹੁਤ ਵੱਡਾ ਵਿਸ਼ਵਾਸ ਹੈ ਕਿ ਪ੍ਰੋਫੈਸ਼ਨਲ ਇੰਟੈਗ੍ਰਿਟੀ ਇਜ਼ ਵਨ ਆਫ ਦੀ ਗ੍ਰੇਟੈਸਟ ਅਸੈਟਸ ਐਨੀਵਨ ਕੈਨ ਹੈਵ। ਜੇ ਤੁਸੀਂ ਆਪਣੇ ਕੰਮ ਨੂੰ ਪੂਰੀ ਸ਼ਿੱਦਤ ਨਾਲ, ਪੂਰੇ ਜ਼ੋਰ ਦੇ ਨਾਲ, ਪੂਰੀ ਮਿਹਨਤ ਦੇ ਨਾਲ ਕਰਦੇ ਹੋ, ਤੇ ਉਹ ਕਦੇ ਨਾ ਕਦੇ ਕਿਤੇ ਨਾ ਕਿਤੇ ਰੈਕਗਨਾਈਜ਼ ਹੋ ਜਾਂਦਾ ਹੈ। ਸੋ ਉਹ ਨਾਲ ਉਹ ਕੰਮ ਚੱਲਦਾ ਰਿਹਾ। ਤੇ ਜਦੋਂ ਮੈਂ ਪ੍ਰਿੰਸੀਪਲ ਸੀ ਭਾਰਤੀ ਵਿਦਿਆ ਭਵਨ ਦਾ, ਉਦੋਂ ਮੈਂ ਪਹਿਲੀ ਕਿਤਾਬ ਲਿਖੀ, ਹਾਊ ਟੂ ਗੈਟ ਮੋਰ ਡਨ ਇਨ ਲੈਸ ਟਾਈਮ, ਛਪੀ। ਤੇ ਮੈਂ ਅੱਜ ਤੱਕ 18 ਕਿਤਾਬਾਂ ਨੇ, ਕੋਈ ਕਿਤਾਬ ਜਿਹੜੀ ਹੈ ਮੇਰੀ ਸੈਲਫ ਪਬਲਿਸ਼ ਨਹੀਂ। all these books I have been asked by publishers to write। ਔਰ ਮੈਂ before I forget, ਮੈਂ ਤੁਹਾਡੇ ਨਾਲ ਇੱਕ ਨਾਗਰਾ ਸਾਹਿਬ ਔਰ ਮੈਮ ਸ਼ੇਅਰ ਕਰਨਾ ਚਾਹਨਾ ਕਿ ਮੈਨੂੰ ਕਿਸੇ ਨੇ ਕਮਿਸ਼ਨ ਕੀਤਾ ਹੋਇਆ, ਪਬਲਿਸ਼ਰ ਨੇ, ਕਿਤਾਬ ਮੈਂ ਲਿਖ ਰਿਹਾ, all one must know about the Sikh faith। ਵੈਰੀ ਗੁੱਡ। ਕਿਤਾਬ ਅਪ੍ਰੈਲ ਦੇ ਵਿੱਚ ਅਸੀਂ ਰਿਲੀਜ਼ ਵੀ ਕਰਨੀ ਹੈ, ਕਿਉਂ ਮੇਰਾ ਬੜਾ ਵਿਸ਼ਵਾਸ ਹੈ ਕਿ ਉਹੋ ਜਿਹਾ ਧਰਮ, the youngest and the best religion, ਜਿਹਦੇ ਵਿੱਚ ਕੋਈ ਕੁਰੀਤੀ ਨਹੀਂ, ਕੋਈ ਮਾੜੀ ਚੀਜ਼ ਨਹੀਂ, ਉਹ ਧਰਮ ਜਿਹੜਾ ਹੈ 3 ਕਰੋੜ ਲੋਕਾਂ ਦੇ ਵਿੱਚ ਕਿਉਂ ਸਿਮਟ ਕੇ ਰਹਿ ਗਿਆ? ਕਿਉਂਕਿ ਮੇਰਾ ਖਿਆਲ ਹੈ ਕਿ this religion has not been understood in correct perspective। Guru Nanak Sahib was not a religious teacher, he was a spiritual leader। ਉਹ spiritual leadership ਦੀ ਜਿਹੜੀ ਗੱਲ ਹੈ ਨਾ, ਉਹ ਆਮ ਤੌਰ ਤੇ ਨਹੀਂ ਕਰਦੇ ਲੋਕੀ। ਤੇ ਮੈਨੂੰ ਕਿਸੇ ਨੇ ਕਿਹਾ, ਸੋ ਮੇਰਾ ਫੋਕਸ ਉਸ ਕਿਤਾਬ ਦੇ ਉੱਤੇ ਇਹ ਹੈ। ਸੋ ਇਹ ਕੰਮ ਜਾਂ ਹੌਲੀ 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 ਚੱਲਦਾ ਰਿਹਾ। ਤੇ ਜਦੋਂ ਮੈਂ ਆਰਮੀ ਵਿੱਚ ਸੀ, ਮੇਰੀ ਪੋਸਟਿੰਗ, ਤੁਹਾਨੂੰ ਪਤਾ ਹੈ ਕਿ ਆਰਮੀ ਦੇ ਵਿੱਚ ਫਾਰ ਡਿਫਰੈਂਟ ਰੈਂਕਸ ਤੁਹਾਨੂੰ ਕਮਾਂਡ ਦੀ ਅਸਾਈਨਮੈਂਟ ਮਿਲਦੀ ਹੈ, ਉਹ ਕਰਨੀ ਪੈਂਦੀ ਹੈ। ਤੇ ਮੈਨੂੰ ਭੇਜਿਆ ਗਿਆ ਲਦਾਖ ਵਿੱਚ, ਲੇਹ ਦੇ ਵਿੱਚ। I commanded a battalion in 1986 ਤੋਂ 88। ਉਹਦੇ ਵਿੱਚ ਖੈਰ ਬੜੇ ਇੰਟਰਸਟਿੰਗ ਐਨੈਕਡੋਟਸ ਨੇ, ਬੜਾ ਕੁਛ ਹੈ ਜਿਹੜਾ ਮੈਂ ਆਪਣੀਆਂ ਕਿਤਾਬਾਂ ਵਿੱਚ, ਤੇ ਟ੍ਰਿਬਿਊਨ, ਹਿੰਦੁਸਤਾਨ ਟਾਈਮਸ, ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਇਹਨਾਂ ਸਾਰਿਆਂ ਦੇ ਵਿੱਚ ਬਹੁਤ ਕੁਛ ਲਿਖਦਾ ਰਿਹਾ।
ਬਹੁਤ ਅੱਛੀ ਜੀ। ਸੋ ਤੁਸੀਂ ਬੜੀ ਅੱਛੀ ਜਿਹੜੀ ਹੈ ਮੈਂ ਸਮਝਦਾ ਕਿ ਬੜੀ ਇਨਸਪਾਇਰਿੰਗ ਤੁਹਾਡੀ ਜਰਨੀ ਜਿਹੜੀ ਹੈ ਹੁਣ ਤੱਕ ਦੀ ਰਹੀ ਹੈ, ਔਰ ਸਾਡੇ ਜਿਹੜੇ ਦਰਸ਼ਕ ਹਨ ਉਹਨਾਂ ਦੇ ਵਿੱਚ ਹਰ ਉਮਰ ਵਰਗ ਦੇ ਲਈ ਜਿਹੜਾ ਹੈ ਤੁਸੀਂ ਇੱਕ ਉਹਨਾਂ ਨੂੰ ਐਡਰੈਸ ਵੀ ਕਰ ਦਿੱਤਾ। ਔਰ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਇੰਡੀਪੈਂਡੈਂਸ ਵਾਲੇ ਟਾਈਮ ਤੋਂ ਲੈ ਕੇ ਅੱਜ, ਜਦੋਂ ਕਿ ਜਿਹੜਾ ਦੇਸ਼ ਹੈ ਉਹ ਭਾਰਤ ਦੇਸ਼ ਉਹ ਇੱਕ ਨਵੀਂ ਉਡਾਨ ਜਿਹੜਾ ਭਰ ਰਿਹਾ, ਨਵੇਂ ਵਾਲੇ ਪਾਸੇ ਜਾ ਰਿਹਾ, ਤਾਂ ਉਸ ਵਿੱਚ ਵੀ ਤੁਹਾਡਾ ਯੋਗਦਾਨ ਜਿਹੜਾ ਤੁਸੀਂ ਪਾ ਰਹੇ ਹੋ। ਸੋ ਹੁਣ ਗੱਲ ਆਪਾਂ ਥੋੜੀ ਜਿਹੀ ਕਿਤਾਬਾਂ ਦੀ ਤੁਸੀਂ ਗੱਲ ਕੀਤੀ, ਔਰ ਮੈਨੂੰ ਮੋਰਓਵਰ ਨਾਗਰਾ ਸਾਹਿਬ, ਹਾਂਜੀ ਇਹ ਜੋ ਆਪਣੇ ਕਰਨਲ ਸਾਹਿਬ ਜਿਹੜੇ ਨਾ ਉਹ ਕਰ ਨਹੀਂ ਰਹੇ, ਸਗੋਂ ਹੁਣ ਵੀ ਕਰ ਰਹੇ ਨੇ। ਮਤਲਬ ਸੋਲੋਨੀ ਐਗਜ਼ੈਕਟਲੀ ਯੂਨੀਵਰਸਿਟੀ ਚ ਪਾਰਟ ਟਾਈਮ ਐਗਜ਼ੈਕਟਲੀ ਐਗਜ਼ੈਕਟਲੀ ਲੈਕਚਰ ਦੇ ਰਹੇ ਹੈ, ਇੱਧਰ ਉੱਧਰ ਮੀਟਿੰਗ ਕਰ ਰਹੇ ਹੈ ਫॉर तो ਦਾ ਬੈਨੀਫਿਟ ਆਫ ਦਾ ਸਟੂਡੈਂਟਸ ਤੇ ਆਪਣੇ ਲੋਕਾਂ ਲਈ, ਤਾਂ ਕਿ ਮੈਂ ਨਾਗਰਾ ਸਾਹਿਬ ਜੇ ਪਰਮਿਟ ਕਰੋ ਤੇ ਮੈਂ ਇਜਾਜ਼ਤ ਦਿਓ ਤੇ ਮੈਂ ਸ਼ੇਅਰ ਜੀ ਕਰਾਂ ਜੀ ਕਿ ਮੈਨੂੰ ਥੋੜੀ ਦੇਰ ਪਹਿਲਾਂ ਹੀ ਸ਼ੂਲਨੀ ਯੂਨੀਵਰਸਿਟੀ ਹੈ ਇੱਥੇ ਸੋਲਨ ਦੇ ਵਿੱਚ, ਇਟ ਇਜ਼ ਕੰਸੀਡਰਡ ਵਨ ਆਫ ਦੀ ਬੈਸਟ ਯੂਨੀਵਰਸਿਟੀਜ਼ ਇਨ ਇੰਡੀਆ ਇਨ ਸ਼ਾਰਟ ਟਾਈਮ ਆਫ 10 ਇਅਰਸ। ਉਹਨਾਂ ਨੇ ਕਮਾਲ ਕਰ ਦਿੱਤੀ ਹੈ, ਔਰ ਰਿਸਰਚ ਦੇ ਵਿੱਚ ਨੰਬਰ 2 ਯੂਨੀਵਰਸਿਟੀ ਬਣ ਗਈ ਹੈ ਪੂਰੇ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ। ਉਹਨਾਂ ਨੇ ਮੈਨੂੰ ਪ੍ਰੋਫੈਸਰ ਆਫ ਮੈਨੇਜਮੈਂਟ ਅਪਾਇੰਟ ਕੀਤਾ ਹੈ, ਔਰ ਇੱਕ ਨੈਸ਼ਨਲ ਸੈਂਟਰ ਆਫ ਗੁੱਡ ਗਵਰਨੈਂਸ ਹੈ ਮਸੂਰੀ, ਲਬਾਸਨਾ ਜਿਹਨੂੰ ਕਹਿੰਦੇ ਨੇ, ਜਿੱਥੇ ਆਈਐਸ ਆਫਿਸਰ ਨੂੰ ਟ੍ਰੇਨ ਕਰਦੇ ਨੇ। ਮੈਨੂੰ ਬੜਾ ਸੁਭਾਗ ਹੈ ਮੇਰਾ, ਮੈਂ ਆਈ ਡੋਂਟ ਥਿੰਕ ਆਈ ਡਿਜ਼ਰਵ ਇਟ, ਪਰ ਸਮਹਾਉ ਆਈ ਹੈਵ ਬੀਨ ਸਿਲੈਕਟਡ ਐਜ਼ ਅ ਰਿਸੋਰਸ ਪਰਸਨ। ਉੱਥੇ ਵੀ ਜਾਣਾ, ਹੋਰ ਬੜੇ ਇੰਸਟੀਚਿਊਟਸ ਨੇ ਇੱਥੇ, ਔਰ ਇਸ ਵੇਲੇ ਵੀ ਮੈਂ ਐਕਚੁਅਲੀ ਆਈ ਐਮ ਮੋਰ ਬਿਜ਼ੀ ਦੈਨ ਵਾਟ ਆਈ ਵਾਜ਼ ਵੈਨ ਆਈ ਵਾਜ਼ ਇਨ ਯੂਨੀਫਾਰਮ। ਤੋ ਖਿਆਲ ਹੈ ਇਹ ਮੈਂ ਆਈ ਐਮ ਬੀਇੰਗ ਸੈਲਫਿਸ਼ ਆਲਸੋ, ਕਿਉਂ ਜੇ ਡਿਮੈਂਸ਼ੀਆ ਨੂੰ ਤੇ ਅਲਜ਼ਾਈਮਰ ਨੂੰ ਦੂਰ ਰੱਖਣਾ ਮੈਂ ਇਸ ਉਮਰੇ, ਤੇ ਸੋ ਆਈ ਐਮ ਹੈਲਪਿੰਗ ਮਾਈਸੈਲਫ ਬਾਈ ਹੈਲਪਿੰਗ ਅਦਰਸ। ਬਹੁਤ ਅੱਛੇ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਹਾਡੀਆਂ ਕਿਤਾਬਾਂ ਦੀ ਗੱਲ ਵੀ ਅਸੀਂ ਕਰਨੀ ਹੈ, ਤੇ ਨਾਲ ਦੀ ਨਾਲ ਅਸੀਂ ਜਿਹੜਾ ਤੁਹਾਡਾ ਮੋਟੀਵੇਸ਼ਨ ਔਰ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਸਪੈਸ਼ਲੀ ਯੂਥ ਨੂੰ ਜਿਹੜੀ ਜ਼ਰੂਰਤ ਹੈ, ਜਿਨ੍ਹਾਂ ਨੇ ਕੱਲ ਨੂੰ ਦੇਸ਼ ਦੀ ਵਾਗਡੋਰ ਸੰਭਾਲਣੀ ਹੈ, ਉਹਦੇ ਬਾਰੇ ਵੀ ਅਸੀਂ ਬੜੀ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਹੁਣ ਇੱਕ ਛੋਟੀ ਜਿਹੀ ਅਸੀਂ ਬ੍ਰੇਕ ਲੈਣੇ ਆਪਣੇ ਦਰਸ਼ਕਾਂ ਤੋਂ, ਔਰ ਵਾਪਸ ਆਵਾਂਗੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਕਿਤੇ ਨਾ ਜਾਇਓ, ਵੇਖਦੇ ਰਹੋ ਹੈਲੋ ਕੈਨੇਡਾ ਟੀਵੀ ਸ਼ੋ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਆਪ ਜੀ ਦਾ ਨਿੱਘਾ ਸਵਾਗਤ। ਵੈਲਕਮ ਬੈਕ ਟੂ ਦ ਸ਼ੋ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਗੱਲਬਾਤ ਇੱਕ ਖਾਸ ਮਹਿਮਾਨ ਦੇ ਨਾਲ ਕਰਵਾਈ ਜਾ ਰਹੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਹਨਾਂ ਸਮਿਆਂ ਦੇ ਦੌਰਾਨ ਜਦੋਂ ਕਿ ਚਾਰੇ ਪਾਸੇ ਅਸੀਂ ਵੇਖ ਰਹੇ ਹਾਂ, ਦੁਨੀਆ ਭਰ ਦੇ ਵਿੱਚ ਹੀ ਵੇਖ ਰਹੇ ਹਾਂ ਕਿ ਲੋਕਾਂ ਨੂੰ ਵੱਖ-ਵੱਖ ਮਾਨਸਿਕ ਰੋਗਾਂ ਦੇ ਵਿੱਚੋਂ ਨਿਕਲਣਾ ਪੈ ਰਿਹਾ ਹੈ, ਔਰ ਜਿਨ੍ਹਾਂ ਨੂੰ ਡਿਪਰੈਸ਼ਨ, ਸਟ੍ਰੈਸ, ਟੈਨਸ਼ਨ, ਪਤਾ ਨਹੀਂ ਕੀ ਹੋਰ ਨਾਮ ਦਿੱਤੇ ਜਾ ਰਹੇ ਹਨ, ਔਰ ਇਲਾਜ ਜਿਹੜੇ ਹਨ ਜੀ ਉਹ ਹੋ ਰਹੇ ਨੇ ਦੁਨੀਆ ਭਰ ਦੇ ਵਿੱਚ। ਔਰ ਇਸ ਦਾ ਕਾਰਨ ਕੀ ਨੇ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ, ਔਰ ਇਹਨਾਂ ਦੇ ਵਿੱਚੋਂ ਆਪਣੇ ਆਪ ਨੂੰ ਉਭਾਰਨਾ ਕਿਵੇਂ ਹੈ, ਤੁਸੀਂ ਇਹਨਾਂ ਦੇ ਵਿੱਚੋਂ ਕਿਵੇਂ ਆਪਣੇ ਆਪ ਨੂੰ ਸਫਲਤਾ ਦੇ ਨਾਲ ਬਾਹਰ ਕੱਢ ਕੇ ਅਗਲੇ ਜਿਹੜੀ ਜ਼ਿੰਦਗੀ ਦੇ ਪੜਾਅ ਦੇ ਵਿੱਚ ਜਾਣਾ। ਸੋ ਇਹ ਸਾਰੀ ਗੱਲਬਾਤ ਅਤੇ ਇਸ ਦੇ ਨਾਲ ਹੋਰ ਰੌਚਕ ਜਾਣਕਾਰੀ ਲੈ ਕੇ ਮੈਂ ਮੇਜਰ ਸਿੰਘ ਨਾਗਰਾ ਅਤੇ ਡਾਕਟਰ ਨਿਰਮਲ ਜਸਵਾਲ ਜੀ, ਸਾਡੇ ਅੱਜ ਖਾਸ ਮਹਿਮਾਨ ਕਰਨਲ ਦਲਜੀਤ ਸਿੰਘ ਚੀਮਾ ਜੀ ਦੇ ਨਾਲ ਹਾਜ਼ਰ ਹਾਂ। ਸੋ ਬਹੁਤ ਬਹੁਤ ਸਵਾਗਤ ਇੱਕ ਵਾਰੀ ਫੇਰ ਤੁਹਾਡਾ ਦੋਨਾਂ ਦਾ ਜੀ। ਥੈਂਕ ਯੂ। ਮੈਂ ਜਾਣਨਾ ਚਾਹਾਂਗਾ ਕਰਨਲ ਦਲਜੀਤ ਸਿੰਘ ਚੀਮਾ ਜੀ ਆਪ ਜੀ ਕੋਲੋਂ ਕਿ ਤੁਸੀਂ ਪੁਸਤਕਾਂ ਦੀ ਗੱਲ ਆਪਾਂ ਕਰ ਰਹੇ ਸੀ ਪਹਿਲੇ ਭਾਗ ਦੇ ਵਿੱਚ, ਸੋ 18 ਪੁਸਤਕਾਂ ਤੋਂ ਵੱਧ ਇੱਕ ਹੋਰ ਵੀ ਤੁਸੀਂ ਹੁਣੇ ਪ੍ਰੋਜੈਕਟ ਦੀ ਗੱਲ ਕੀਤੀ ਹੈ। ਮੈਂ ਸਿਰਫ ਮੋਟੀਵੇਸ਼ਨ ਔਰ ਜਿਹੜੀ ਇੰਸਪੀਰੇਸ਼ਨਲ ਜਿਹੜੀਆਂ ਗੱਲਾਂ ਨੇ ਸਪੈਸ਼ਲੀ ਯੂਥ ਦੇ ਲਈ, ਭਾਰਤ ਦੇ ਨੌਜਵਾਨਾਂ ਦੇ ਲਈ, ਕਿਉਂਕਿ ਬਹੁਤ ਸਾਰੇ ਅਸੀਂ ਵੀ ਭਾਰਤ ਦੇ ਵਿੱਚੋਂ ਹੀ ਉੱਥੇ ਵੱਡੇ ਹੋ ਕੇ ਦੁਨੀਆ ਦੇ ਦੂਜੇ ਹਿੱਸੇ 'ਚ ਪਹੁੰਚੇ, ਔਰ ਬਹੁਤ ਸਾਰਾ ਜਿਹੜਾ ਸਾਡਾ ਯੂਥ ਹੈ ਉਹ ਬ੍ਰੇਨ ਡਰੇਨ ਦੇ ਬਾਰੇ ਵੀ ਜੇ ਤੁਸੀਂ ਕਹਿਣਾ ਚਾਹੋ ਕਿਵੇਂ ਰੋਕੀ ਜਾ ਸਕਦੀ ਹੈ, ਅਤੇ ਇਸ ਦੇ ਨਾਲ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿਹੜੀਆਂ ਐਸੀਆਂ ਗਲਤ ਗੱਲਾਂ ਹੋ ਗਈਆਂ ਜਿਹਦੇ ਕਰਕੇ ਲੋਕ ਸਪੈਸ਼ਲੀ ਯੂਥ ਡਿਪਰੈਸ਼ਨ ਔਰ ਅਜਿਹੀਆਂ ਅਲਾਮਤਾਂ ਤੋਂ ਪੀੜਤ ਹੈ ਜੀ। ਡਾਕਟਰ ਚੀਮਾ ਸਾਹਿਬ। ਹਾਂਜੀ, ਦੇਖੋ ਨਾਗਰਾ ਸਾਹਿਬ, ਇਸ ਤਰ੍ਹਾਂ ਹੈ ਕਿ ਇਹ ਨੈਚੁਰਲ ਚੀਜ਼ ਹੈ ਕਿ 24 ਘੰਟੇ ਦੇ ਵਿੱਚ ਆਮ ਇਨਸਾਨ 20 ਤੋਂ 30,000 ਫੀਲਿੰਗਸ, ਇਮੋਸ਼ਨ, ਥਾਟਸ, ਇਹ ਸਭ ਕੁਝ ਆਉਂਦੇ ਨੇ। ਹੁਣ ਗੱਲ ਹੁੰਦੀ ਹੈ ਵੀ ਇਮੋਸ਼ਨਲ ਐਜਿਲਿਟੀ ਇੱਕ ਸਬਜੈਕਟ ਹੈ ਜਿਹਦੇ ਨਾਲ ਤੁਸੀਂ ਇਹਨਾਂ ਨੂੰ, ਇਹ ਨੈਚੁਰਲ ਹੈ ਕਿ ਆਉਣਗੇ, ਮੈਨੀ ਆਫ ਦੈਮ ਰੈਪੀਟੇਟਿਵ ਇਨ ਨੇਚਰ, ਇਹਨਾਂ ਨੂੰ ਤੁਸੀਂ ਹੈਂਡਲ ਕਿਵੇਂ ਕਰਦੇ ਹੋ? ਉਹ ਹੈਂਡਲ ਕਰਨਾ ਚਾਹੇ ਤੁਸੀਂ ਮੈਡੀਟੇਸ਼ਨ ਨਾਲ ਕਰੋ ਜਾਂ ਆਪਣਾ ਕੋਈ ਹੋਰ ਤਰੀਕਾ ਲੱਭੋ ਜਾਂ ਧਾਰਮਿਕ ਤਰੀਕੇ ਨਾਲ ਕਰੋ, ਉਹ ਆਪਣਾ ਆਪਣਾ ਤਰੀਕਾ ਹੁੰਦਾ ਹਰ ਇੱਕ ਦਾ। ਪਰ ਮੇਰੀ ਇਹ ਕਨਵਿਕਸ਼ਨ ਹੈ ਕਿ ਯੂਥ ਜਿਹੜਾ ਦੈਟ ਇਜ਼ ਦੀ ਬੈਸਟ ਹੋਪ ਫਾਰ ਇੰਡੀਆ, ਕਿਉਂਕਿ
ਜਿਹੜੇ ਤਕਰੀਬਨ 65% ਜਿਹੜੇ ਨਾ ਪਾਪੂਲੇਸ਼ਨ ਆਫ ਇੰਡੀਆ that is below the age of 35। ਇਹਦਾ ਮਤਲਬ ਤਕਰੀਬਨ 88 ਕਰੋੜ ਬੱਚੇ ਸਾਡੇ ਕੋਲ, ਜਿਹੜੀ ਕਿ ਇੰਟਾਇਰ ਯੂਰਪ ਦੀ ਪਾਪੂਲੇਸ਼ਨ ਨਾਲੋਂ ਕਿਧਰੇ ਜ਼ਿਆਦਾ ਹੈ। ਉਹ ਸਾਡੇ ਕੋਲ ਯੰਗ, ਵੀ ਆਰ ਲਿਟਰਲੀ ਏ ਯੰਗ ਨੇਸ਼ਨ ਐਜ਼ ਕੰਪੇਅਰ ਟੂ ਚਾਈਨਾ ਐਂਡ ਜਾਪਾਨ, ਜਿੱਥੇ 39 ਸਾਲ 37 ਸਾਲ ਉਹਨਾਂ ਦੀ ਐਵਰੇਜ ਏਜ ਹੈ, ਸਾਡੀ 29 ਸਾਲ ਹੈ ਐਵਰੇਜ ਏਜ ਇੰਡੀਆ ਦੇ ਵਿੱਚ। ਤੇ ਇਹੋ ਜਿਹੇ ਬੱਚਿਆਂ ਨੂੰ ਜੇ ਅਸੀਂ ਸਕਿੱਲ ਕੀਤਾ ਜਾਏ, ਤੇ ਕੀਪਿੰਗ ਦੈਟ ਇਨ ਮਾਈਂਡ ਆਈ ਹੈਵ ਰਿਟਨ 2 books। One is I Can, I Shall Win, and the name of the other book is Put Your Best Foot Forward। ਉਹਨਾਂ ਕਿਤਾਬਾਂ ਦੇ ਵਿੱਚ ਮੈਂ ਐਕਚੁਅਲੀ ਹੁੰਦਾ ਇਹ ਹੈ ਕਿ ਪੀਪਲ ਨੋ ਦੀ ਥਿੰਗਸ ਬਟ ਦੇ ਆਰ ਨਾਟ ਏਬਲ ਟੂ ਡੂ ਇਟ। ਸੋ ਕੋਸ਼ਿਸ਼ ਇਹ ਮੈਂ ਕੀਤੀ ਹੈ ਕਿ ਨੋਇੰਗ ਤੇ ਡੂਇੰਗ ਦੇ ਵਿੱਚ ਜਿਹੜਾ ਗੈਪ ਹੈ ਨਾ, you know that this is the thing to be done but you don't do it। so knowing ਤੇ doing ਦਾ gap ਜਿਹੜਾ ਨਾ, I have tried to fill that in simple manner ਕਿ ਵੀ ਕਿਸੇ ਤਰੀਕੇ ਨਾਲ ਜੇ ਤੁਸੀਂ ਕਰਨਾ ਤੇ ਇਹ ਕਰੋ, ਇਸ ਤਰ੍ਹਾਂ ਕਰੋ। that has been my effort and I am very happy to share with you both these books are doing well in India। ਔਰ ਦੀਆਂ ਨੇ ਕਿਤਾਬਾਂ, ਤੇ ਮੈਂ ਸਮਝਦਾ ਕਿ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਫॉर ਗਵਰਨਮੈਂਟ ਆਫ ਇੰਡੀਆ ਐਂਡ ਸਪੈਸ਼ਲੀ ਪੰਜਾਬ। ਅਸੀਂ ਪੰਜਾਬੀ ਹਾਂ। ਮੈਂ ਕਈ ਜਗ੍ਹਾ ਦੇ ਉੱਤੇ ਲਿਖਿਆ ਹੈ ਤੇ ਕਈ ਜਗ੍ਹਾ ਜਾ ਕੇ ਟੀਵੀ ਸ਼ੋਜ਼ ਦੇ ਉੱਤੇ ਗੱਲ ਵੀ ਕੀਤੀ ਹੈ ਪੰਜਾਬੀ ਯੂਥ ਬਾਰੇ। ਤੁਹਾਨੂੰ ਪਤਾ ਹੈ ਪੰਜਾਬੀ ਯੂਥ ਸਾਡੀ ਕਿੰਨੀ ਵੱਡੀ ਪ੍ਰੋਬਲਮ ਹੈ ਇਸ ਵੇਲੇ। ਵੀ ਆਰ ਗੋਇੰਗ ਥਰੂ ਵੈਰੀ ਵੈਰੀ ਡਿਫਿਕਲਟ ਟਾਈਮਸ। ਗਵਰਨਮੈਂਟਾਂ ਕੋਸ਼ਿਸ਼ ਕਰ ਰਹੀਆਂ ਨੇ ਪਰ ਕੁਝ ਹੋ ਨਹੀਂ ਰਿਹਾ ਔਰ ਕੋਈ ਵੱਡੀ ਚੇਂਜ ਨਹੀਂ ਆ ਰਹੀ। ਉਹਦੇ ਵਾਸਤੇ ਵੀ ਮੇਰਾ ਇਹੀ ਸੁਜੈਸ਼ਨ ਹੈ ਕਿ ਜੇ ਤੁਸੀਂ ਉਹਨਾਂ ਨੂੰ ਆਲਟਰਨੇਟਿਵ ਕੋਈ ਰਸਤਾ ਦੱਸੋ। ਵੀ ਮੈਂ ਨਹੀਂ ਕਹਿੰਦਾ ਕੈਨੇਡਾ ਜਾਣਾ ਕੋਈ ਮਾੜੀ ਗੱਲ ਹੈ, ਕੈਨੇਡਾ ਜਾਣਾ ਚਾਹੀਦਾ ਹੈ, ਪਰ ਕੈਨੇਡਾ ਜਾਓ, ਕਰੋ ਕੰਮਕਾਜ, ਕਮ ਬੈਕ ਐਂਡ ਗਿਵ ਸਮਥਿੰਗ ਬੈਕ ਟੂ ਦੀ ਸੋਸਾਇਟੀ। ਮੇਰਾ ਖਿਆਲ ਹੈ ਕਿ ਹਰ ਇਨਸਾਨ ਨੂੰ ਆਪਣੀ ਪਰਸਨੈਲਿਟੀ ਦੀ ਫ੍ਰੈਗਰੈਂਸ ਥੋੜੀ ਬਹੁਤ ਵਾਪਸ ਦੇਣੀ ਚਾਹੀਦੀ ਹੈ। ਆਈ ਹੈਵ ਗॉट ਸੋ ਮਚ ਫਰਮ ਦੀ ਸੋਸਾਇਟੀ। ਹੁਣ ਥੋੜੀ ਜਿਹੀ ਸਕੇਲ ਨੂੰ ਬੈਲੈਂਸ ਕਰਨ ਵਾਸਤੇ ਮੈਨੂੰ ਵਾਪਸ ਵੀ ਦੇਣਾ ਚਾਹੀਦਾ ਹੈ। ਐਂਡ ਵਾਟ ਆਈ ਐਮ ਡੂਇੰਗ, ਮੇਰਾ ਖਿਆਲ ਹੈ ਉਹ ਮੈਂ ਆਪਣੀ ਹੰਬਲ ਜੀ ਕੋਸ਼ਿਸ਼ ਹੈ ਕਿ ਮੈਂ ਕਿਸੇ ਤਰ੍ਹਾਂ ਕੁਛ ਨਾ ਕੁਛ ਸੋਸਾਇਟੀ ਦੇ ਨਾਲ ਸ਼ੇਅਰ ਕਰਾਂ। ਔਰ ਜੇ ਤੁਹਾਡੇ ਵਰਗੇ ਲੋਕ ਤੁਸੀਂ ਇਸ ਚੀਜ਼ ਦਾ ਮੈਨੂੰ ਇੱਜ਼ਤ ਮਾਨ ਦਿੰਦੇ ਹੋ ਤੇ ਨੈਚੁਰਲੀ ਖੁਸ਼ੀ ਤਾਂ ਹੁੰਦੀ ਹੈ ਨਾ ਕਿ ਵਨ ਫੀਲਸ ਹੈਪੀ ਕਿ ਯੋਰ ਐਫਰਟ ਐਂਡ ਯੋਰ ਕੰਟਰੀਬਿਊਸ਼ਨ ਇਜ਼ ਬੀਇੰਗ ਐਪਰੀਸ਼ੀਏਟਡ। ਬਹੁਤ ਅੱਛੇ ਚੀਮਾ ਸਾਹਿਬ ਤੁਸੀਂ ਗੱਲ ਕੀਤੀ ਹੈ। ਸੋ ਮੈਂ ਹਾਂਜੀ ਨਿਰਮਲ ਜਸਵਾਲ ਜੀ ਤੁਸੀਂ। ਮੈਂ ਚੀਮਾ ਸਾਹਿਬ ਬਿਸਾਈਡ ਦੈਟ ਮੈਂ ਤੁਹਾਡੇ ਨਾਲ ਕਈ ਵਾਰੀ ਗੱਲ ਵੀ ਕੀਤੀ ਹੈ ਕਿ ਤੁਸੀਂ ਪੰਜਾਬੀ ਜਿਹੜੀ ਪ੍ਰੀਤ ਲੜੀ ਵੱਲੋਂ ਮੈਂ ਥੋੜੀ ਜਿਹੀ ਲਿਟਰੇਚਰ ਬਣਾ ਰਹੀ ਹਾਂ, ਕਿਉਂਕਿ ਲਿਟਰੇਚਰ ਜਿਹੜਾ ਹੈਗਾ ਨਾ ਉਹ ਸਾਡੇ ਯੰਗ ਲਈ ਤੇ ਆਪਣੇ ਜਿਹੜੇ ਸੀਨੀਅਰਸ ਨੇ ਉਹਨਾਂ ਲਈ ਵੀ ਬਹੁਤ ਇੱਕ ਫੂਡ ਦਾ ਕੰਮ ਕਰਦਾ ਹੈ, ਇੱਕ ਜੀਵਨ ਦਾਤਾ ਵੀ ਬਣ ਜਾਂਦਾ ਹੈ। ਕਿਉਂਕਿ ਲਿਟਰੇਚਰ ਜੇ ਪੜ੍ਹਿਆ ਨਹੀਂ ਕਿਸੇ ਨੇ ਤੇ ਕੁਝ ਨਹੀਂ ਪੜ੍ਹਿਆ। ਲਿਟਰੇਚਰ ਮਤਲਬ ਕੁਝ ਪੜ੍ਹਨਾ ਤੇ ਕੁਝ ਆਪਣੇ ਆਪ ਨੂੰ ਆਬਜ਼ਰਵ ਕਰਨਾ ਤੇ ਕੁਝ ਆਪਣੇ ਲੋਕਾਂ ਨੂੰ ਦੇਣਾ। ਤੇ ਤੁਸੀਂ ਪ੍ਰੀਤ ਲੜੀ ਤੋਂ ਵੀ ਆਪਣਾ ਇੱਕ ਕੁਝ ਪਾਰਟਿਸਿਪੇਟ ਕੀਤਾ ਸੀ ਜਾਂ ਕਵਿਤਾ ਵਗੈਰਾ ਵੀ ਲਿਖੀਆਂ ਕੁਝ? ਹਾਂਜੀ ਮੈਂ ਇਸ ਤਰ੍ਹਾਂ ਹੁੰਦਾ ਹੈ ਕਿ ਮੇਰਾ ਖਿਆਲ ਹੈ ਸੈਂਸਿਬਿਲਿਟੀ ਜਿਹੜੀਆਂ ਹੁੰਦੀਆਂ ਨਾ ਇਨਸਾਨ ਦੀਆਂ ਉਹ ਆਉਂਦੀਆਂ ਨੇ ਪੜ੍ਹਨ ਨਾਲ। ਮੇਰੇ ਵੱਡੇ ਬ੍ਰਦਰ ਜਿਹੜੇ ਨਾ ਉਹ MA ਲਿਟਰੇਚਰ ਇੰਗਲਿਸ਼ ਕਰ ਰਹੇ ਸਨ ਤੇ ਉਹਨਾਂ ਦੀਆਂ ਇੰਨੀਆਂ ਕਿਤਾਬਾਂ ਪਈਆਂ ਹੁੰਦੀਆਂ ਸੀ ਤੇ ਭਾਵੇਂ ਮੇਰੀ ਅੰਗਰੇਜ਼ੀ ਉਨੀ ਚੰਗੀ ਨਹੀਂ ਸੀ ਕਿਉਂ ਅਸੀਂ ਤਾਂ ਅੰਗਰੇਜ਼ੀ ਸਿੱਖੀ 6ਵੀਂ ਦੇ ਵਿੱਚ ਜਾ ਕੇ ABC ਉਹਦੇ ਤੋਂ ਸਿੱਖੀ, ਪਰ ਫਿਰ ਵੀ ਮੈਨੂੰ ਪੜ੍ਹਨ ਦਾ ਸ਼ੌਕ ਸੀ ਤੇ ਮੈਂ ਪੜ੍ਹਦਾ ਸਾਂ। ਮੇਰਾ ਖਿਆਲ ਹੈ ਯੂ ਮਸਟ ਰੀਡ ਇਫ ਯੂ ਆਰ ਵਾਂਟ ਟੂ ਰਾਈਟ। ਤੇ ਮੈਂ ਇੰਨਾ ਪੜ੍ਹਿਆ ਹੈ, ਮੈਨੂੰ ਇਸ ਚੀਜ਼ ਦੇ ਉੱਤੇ ਕੋਈ ਮਤਲਬ ਤੁਸੀਂ ਕਿ ਮੈਂ ਹਿੰਦੀ ਲਿਟਰੇਚਰ, ਪੰਜਾਬੀ ਲਿਟਰੇਚਰ ਤੇ ਇੰਗਲਿਸ਼ ਦਾ ਲਿਟਰੇਚਰ ਮੈਂ ਬਹੁਤ ਪੜ੍ਹਦਾ ਰਿਹਾ। ਤੇ ਉਹਦਾ ਐਡਵਾਂਟੇਜ ਇਹ ਹੈ ਕਿ ਮੈਨੂੰ ਲਿਖਣ ਦੇ ਵਿੱਚ ਤੇ ਮੈਂ ਇੱਕੋ ਹੀ ਮੇਰੀ ਪੋਇਮ ਜਿਹੜੀ ਉਹ ਛਪੀ ਸੀ ਪ੍ਰੀਤ ਲੜੀ 'ਚ। ਤੇ ਮੈਨੂੰ ਪਤਾ ਹੈ ਵੀ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਕੀ ਕਮਾਲ ਕਰਤਾ। ਪ੍ਰੀਤ ਨਗਰ ਜਦੋਂ ਉਹਨਾਂ ਬਣਾਇਆ, ਉਹਦੇ ਬਲਰਾਜ ਸਾਹਨੀ ਵਰਗੇ ਲੋਕ, ਜਨਰਲ ਅਰੋੜਾ ਵਰਗੇ ਲੋਕ, ਹੋਰ ਵੱਡੇ ਵੱਡੇ ਲੋਕਾਂ ਨੂੰ ਇਸੀ ਪ੍ਰੀਤ ਨਗਰ ਜਿਹੜਾ ਨਾ ਉਹ ਲਾਹੌਰ ਤੋਂ ਤੇ ਅੰਮ੍ਰਿਤਸਰ ਤੋਂ ਇਕੁਈ ਡਿਸਟੈਂਸ ਹੈ। ਉਹਨਾਂ ਨੇ ਉੱਥੇ ਬਣਾਇਆ। He wanted to have all the great people, you know, ਜਿਹੜੇ ਪੋਇਟ ਤੇ ਡਰਾਮੈਟਿਸਟ ਤੇ ਕੁਲਵੰਤਕਾਰ ਵੀ ਸਨ ਉਹਨਾਂ ਵਿੱਚ। ਇਹ ਸਾਰੇ ਲੋਕਾਂ ਨੂੰ ਉਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਬੇਟੇ ਹੁਣ ਮੇਰਾ ਖਿਆਲ ਹੈ ਕਰ ਰਹੇ ਨੇ ਉਹਨੂੰ ਕੰਟੀਨਿਊ ਕੁਝ ਕੰਮ ਕਰ ਰਹੇ ਨੇ। ਪਰ ਕਿ ਸਾਡੇ ਯੂਥ ਦੇ ਵਿੱਚ ਜਿਹੜੀ ਆ ਪੜ੍ਹਨ ਦੀ ਤੇ ਲਿਖਣ ਦੀ ਇਹ ਆਦਤ ਨਹੀਂ ਰਹੀ ਨਾ, ਇਟ ਇਜ਼ ਵਨ ਮੇਜਰ ਪ੍ਰੋਬਲਮ ਆਵਰ ਸੋਸਾਇਟੀ ਹੈ। ਕਿਸੇ ਤਰੀਕੇ ਨਾਲ ਇਹਨਾਂ ਨੂੰ ਮੈਨੂੰ ਲੋਕ ਪੁੱਛਦੇ ਨੇ ਜੀ ਪੜ੍ਹਨ ਦੀ ਆਦਤ ਕਿਵੇਂ ਪਾਈਏ। ਮੈਂ ਕਿਹਾ ਜੀ ਪਹਿਲਾਂ ਤਾਂ ਉਹ ਪੜ੍ਹੋ ਜੋ ਤੁਹਾਨੂੰ ਪਸੰਦ ਹੈ। ਕੋਈ ਜਸੂਸੀ
ਪੜ੍ਹਨਾ ਚਾਹੁੰਦੇ ਹੋ ਉਹ ਪੜ੍ਹੋ, ਕੋਈ ਕਹਾਣੀਆਂ ਪੜ੍ਹਨਾ ਚਾਹੁੰਦੇ ਹੋ, ਈਵਨ ਜੇ ਤੁਸੀਂ ਕੋਈ ਕੈਰੀਕੇਚਰ ਜਾਂ ਕੋਈ ਕਿਸੇ ਤਰ੍ਹਾਂ ਦਾ ਕਾਰਟੂਨ ਉਹ ਪੜ੍ਹਦੇ ਹੋ, ਉਹ ਪੜ੍ਹਨਾ ਸ਼ੁਰੂ ਕਰੋ। ਕੁਛ ਵੀ ਪੜ੍ਹੋਗੇ, ਹੌਲੀ 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 ਤੁਹਾਨੂੰ ਪੜ੍ਹਨ ਦਾ ਸਵਾਦ ਆਉਣਾ ਸ਼ੁਰੂ ਹੋ ਜਾਏਗਾ। ਜਦੋਂ ਪੜ੍ਹਨ ਦਾ ਸਵਾਦ ਆਉਣਾ ਸ਼ੁਰੂ ਹੋ ਗਿਆ, ਉਹ ਤੁਹਾਡੀ ਲਾਈਫ ਦਾ ਹਿੱਸਾ ਬਣ ਜਾਏਗਾ। ਤੇ ਜਦੋਂ ਤੁਸੀਂ ਪੜ੍ਹ ਲਿਆ ਤੇ ਤੁਹਾਡੇ ਕੋਲ ਲਿਖਣ ਵਾਸਤੇ ਇੰਨੇ ਆਈਡੀਆਜ਼, ਇੰਨੇ ਇਮੋਸ਼ਨ, ਇੰਨਾ ਕੁਝ ਤੁਹਾਡੇ ਕੋਲ ਹੋਏਗਾ ਕਿ ਤੁਸੀਂ ਰਜਿਸਟ ਹੀ ਨਹੀਂ ਕਰ ਸਕਦੇ। ਮੈਂ ਜੇ ਸਬਮਿਟ ਕਰਾਂ, ਮੈਨੂੰ ਕਈ ਵਾਰੀ ਜਦੋਂ ਆਉਂਦਾ ਨਾ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਬੁਖਾਰ ਹੋ ਗਿਆ। ਜੇ ਮੈਂ ਬੈਠ ਕੇ ਫਟਾਫਟ ਉਹਨੂੰ ਲਿਖਾਣਾ ਨਾ, ਐਜ਼ ਅ ਮੈਟਰ ਆਫ ਫੈਕਟ ਕੱਲ ਹੀ ਮੈਂ ਇੱਕ ਟ੍ਰਿਬਿਊਨ ਵਾਲਿਆਂ ਨੂੰ ਉਹ ਭੇਜਿਆ ਕਿ ਦੀ ਲੀਜੈਂਡਰੀ ਟਾਟਾਸ ਐਂਡ देयर ਇੰਡੀਆ ਲਵ। ਆ ਜਿਹੜਾ 840 ਪਲੇਨ ਦਾ ਉਹਨਾਂ ਹੈ ਨਾ, ਮਤਲਬ I have spoken about Tatas in various management associations and I've written about them. What wonderful people who loved India so much. ਉਹ ਜਿਹੜੇ JRD ਟਾਟਾ ਸਨ, ਉਹ ਇਹੀ ਕਹਿੰਦੇ ਹੁੰਦੇ ਸਨ, ਕਹਿੰਦੇ ਜੀ ਜੇ if it is not for the nation, it is not worth attempting. ਸੋ ਮੇਰਾ ਖਿਆਲ ਹੈ ਕਿ ਇੱਕ ਤਾਂ ਪੜ੍ਹਨ ਲਿਖਣ ਦੀ ਆਦਤ ਬੱਚਿਆਂ ਵਿੱਚ ਪਾਉਣ ਵਾਸਤੇ ਜੋ ਕੁਝ ਤੁਸੀਂ ਵੀ ਨਾਗਰਾ ਸਾਹਿਬ, ਮੈਮ, ਤੁਸੀਂ ਕਰ ਸਕਦੇ ਹੋ ਉੱਥੇ ਬੈਠੇ, ਕਿਸੇ ਤਰੀਕੇ ਨਾਲ ਪੰਜਾਬੀਆਂ ਨੂੰ, ਹਿੰਦੁਸਤਾਨੀਆਂ ਨੂੰ, ਇਹਨਾਂ ਬੱਚਿਆਂ ਨੂੰ ਨਾ ਪੜ੍ਹਨ ਦੀ ਤੇ ਲਿਖਣ ਦੀ ਅਸੀਂ ਕਿਸੇ ਤਰੀਕੇ ਨਾਲ ਆਦਤ ਪਾਈਏ। ਮੈਂ ਹਰ ਸਕੂਲ 'ਚ, ਹਰ ਕਾਲਜ 'ਚ ਜਿੱਥੇ ਜਾਣਾ ਨਾ, ਮੈਂ ਉੱਥੇ ਉਹਨਾਂ ਨੂੰ ਇਹੀ ਪੁੱਛਣਾ ਕਿ ਤੁਹਾਡੇ 'ਚੋਂ ਕਿੰਨੇ ਪੜ੍ਹਦੇ ਹੋ, ਕਿਹੜੀ ਕਿਤਾਬ ਪੜ੍ਹ ਰਹੇ ਹੋ ਅੱਜ ਕੱਲ੍ਹ, ਲਿਖਦਾ ਕੌਣ ਹੈ, ਕੀ ਲਿਖ ਰਹੇ ਹੋ, ਕਿਸ ਤਰ੍ਹਾਂ ਦੀਆਂ ਚੀਜ਼ਾਂ ਲਿਖਦੇ ਹੋ। ਸੋ ਮੇਰਾ ਖਿਆਲ ਹੈ ਇਹਦੇ ਉੱਤੇ ਬੜਾ ਐਮਫੈਸਿਸ ਦੇਣਾ ਚਾਹੀਦਾ। ਸਰ ਇਸ ਤਰ੍ਹਾਂ ਪੜ੍ਹਨਾ ਤਾਂ ਠੀਕ ਹੈ, ਪਰ ਲਿਖਣਾ ਜਿਹੜਾ ਹਰੇਕ ਦੀ ਵੱਸ ਦੀ ਗੱਲ ਨਹੀਂ ਹੈ। ਪਰ ਪੜ੍ਹਨਾ ਵੀ ਅੱਜ ਕੱਲ੍ਹ ਕਿਤਾਬਾਂ ਰੁਲ ਰਹੀਆਂ, ਕਿਉਂਕਿ ਅੱਜ ਕੱਲ੍ਹ ਡਿਜੀਟਲ ਦਾ ਜ਼ਮਾਨਾ ਹੈ ਤੇ ਸਾਰੇ ਕੰਪਿਊਟਰ ਤੋਂ ਜਾਂ ਉਸ ਤੋਂ ਕਰ ਲੈਣੇ। ਕਿਤਾਬਾਂ ਜਿਹੜੀ ਸਾਡੀ ਨਾ ਹਾਰਡ ਬੁੱਕਸ ਜਿਹੜੀਆਂ ਹੁਣ ਦੁਬਾਰਾ ਸ਼ੁਰੂ ਹੋਈਆਂ, ਕਿਉਂਕਿ ਜੋ ਮਜ਼ਾ ਹਾਰਡ ਬੁੱਕਸ ਦਾ ਹੈ ਨਾ, ਉਹ ਕਿਤੇ ਵੀ ਨਹੀਂ। ਪਰ ਜਿਹੜਾ ਕਿ ਹੁਣ ਕੰਪਿਊਟਰ 'ਚ ਪੜ੍ਹ ਸਕਦਾ ਹੈ, ਉਹ ਨਹੀਂ ਪੜ੍ਹਦਾ। ਮੇਰਾ ਇੱਥੇ ਸਾਡੇ ਆਪਣੇ ਨਾਗਰਾ ਸਾਹਿਬ ਜਾਂਦੇ ਨੇ, ਇਹ ਵੀ ਬੜਾ ਕੁਝ ਕਰਾ ਰਹੇ ਯੂਥ ਵਾਸਤੇ ਵੀ ਤੇ ਸੀਨੀਅਰਸ ਵਾਸਤੇ ਵੀ। ਤੇ ਇੱਥੇ ਕਈ ਸੰਸਥਾਵਾਂ ਨੇ ਜਿਹੜੀ ਕਿ ਬੱਚਿਆਂ ਨੂੰ ਮਤਲਬ ਬੁਲਾਉਂਦੇ ਕਿ ਤੁਸੀਂ ਆਓ ਤੇ ਪਾਰਟਿਸਿਪੇਟ ਕਰੋ, ਕੁਝ ਲਿਖਿਆ ਜਾਂ ਕੁਝ ਸੋਚਿਆ ਉਹ ਬੋਲੋ। ਤੇ ਇੱਥੇ ਸੰਸਥਾਵਾਂ ਕੁਝ ਕਰ ਰਹੀਆਂ ਨੇ, ਪਰ ਜੋ ਮਾਹੌਲ ਇੰਡੀਆ ਦਾ ਹੈ ਉਹ ਇਹਦੇ ਵਰਗਾ ਥੋੜਾ ਜਿਹਾ ਕੋਸ਼ਿਸ਼ ਹੋ ਰਹੀ ਕਿ ਹੋ ਜਾਵੇ। ਤੇ ਮੇਰੇ ਖਿਆਲ ਮੈਂ ਹੁਣ ਇੰਨੀ ਦੇਰ ਦੀ ਆਈ ਹਾਂ, ਥੋੜੀ ਦੇਰ ਸੀਨੀਅਰ ਸਿਟੀਜ਼ਨ ਵਾਸਤੇ ਇੱਕ ਮੈਂ ਕਿਤਾਬ ਬਣਾਈ ਸੀ, ਏਜਿੰਗ ਗ੍ਰੇਸਫੁਲੀ, ਜਿਸ ਮੈਂ ਬੇਸਿਕਲੀ ਗੱਲ ਇਹ ਕੀਤੀ ਹੈ ਕਿ ਵਾਈ ਡਾਈ ਬਿਫੋਰ ਡੈਥ। ਦੇਖੋ ਨਾ, ਇਟ ਇਜ਼ ਅ ਫੈਕਟ ਆਫ ਲਾਈਫ ਕਿ the moment a child is conceived in the womb of the mother, he or she is in the queue for death. ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੰਮ ਕਰਨਾ, ਐਫਰਟ ਕਰਨੀ ਔਰ ਪੂਰਾ ਜ਼ੋਰ ਲਗਾਉਣਾ, ਉਹ ਜਿਹੜਾ ਅਸੀਂ ਬੰਦ ਕਰ ਦਈਏ। one should continue remain a student till the last day of one's life, ਔਰ ਕੋਸ਼ਿਸ਼ ਕਰੋ to have a beautiful mind। ਜਿਹੜਾ ਬਿਊਟੀਫੁਲ ਮਾਈਂਡ, ਦੇਖੋ ਬਿਊਟੀਫੁਲ ਫੇਸ ਵਾਸਤੇ ਤੇ ਸਾਰੇ ਕੋਸ਼ਿਸ਼ ਕਰਦੇ ਨੇ, ਹਰ ਇੱਕ ਕਈ ਤਰ੍ਹਾਂ ਦੇ ਬਿਲੀਅਨਸ ਆਫ ਡਾਲਰਸ ਦਾ ਇੱਕ ਉਹ ਹੈ to make your face beautiful and to do this and that all kind, ਪਰ ਉਹ ਟਾਈਮ ਦੇ ਨਾਲ ਖਤਮ ਹੋ ਜਾਂਦਾ। whereas to have a beautiful mind, if you have beautiful mind, it will never fade away। so ਮੇਰਾ ਖਿਆਲ ਹੈ ਕੋਸ਼ਿਸ਼ ਕਰਨੀ ਹੈ, and reading and writing makes a beautiful mind। ਬਹੁਤ ਅੱਛੀ ਜੀ, ਤੁਸੀਂ ਬੜੀ ਵਧੀਆ, ਮੈਂ ਕਹਾਂਗਾ ਕਿ ਅਖੀਰ ਦੇ ਵਿੱਚ ਜਿਵੇਂ 100 ਸਿਰ ਰੱਸਾ ਸਿਰੇ ਤੇ ਗੰਢ ਵਾਲੀ ਗੱਲ ਕੀਤੀ, ਔਰ ਨੋਬਲ ਸੋਲਸ ਦੀ ਜਿੱਥੇ ਗੱਲ ਹੁੰਦੀ ਹੈ, ਔਰ ਉਹ ਜਿਹੜੀਆਂ ਚੀਜ਼ਾਂ ਨੇ ਜੀ ਉਹ ਉਦੋਂ ਹੀ ਪੈਦਾ ਹੋ ਸਕਦੀਆਂ ਜੇਕਰ ਉਹ ਗਿਆਨ ਜਿਹੜਾ ਕਿ ਕਿਤਾਬਾਂ ਦੇ ਵਿੱਚੋਂ ਗਿਆਨ ਲੈਣ, ਚਾਹੇ ਉਹ ਸਾਡੇ ਧਾਰਮਿਕ ਗ੍ਰੰਥ ਨੇ ਜਾਂ ਸਾਡੀਆਂ ਮੋਟੀਵੇਸ਼ਨਲ ਜਿਹੜੀਆਂ ਗੱਲਾਂ ਨੇ। ਔਰ ਮੈਂ ਚੀਮਾ ਸਾਹਿਬ ਤੁਹਾਡੇ ਨਾਲ ਇਸ ਗੱਲ ਨਾਲ ਵੀ ਮੈਂ ਇਤਫਾਕ ਰੱਖਦਾ ਹੈ ਕਿ ਜਿਹੜਾ ਨੌਜਵਾਨ ਹੈ ਜਾਂ ਜਿਹੜੇ ਯੂਥ ਜਾਂ ਜਿਨ੍ਹਾਂ ਨੇ ਕਿਤੇ ਕੁਝ ਅੱਗੇ ਵਧਣਾ, ਕੁਝ ਕਰ ਗੁਜ਼ਰਨ ਦੀ ਜਿਹਨਾਂ ਦੇ ਅੰਦਰ ਇੱਛਾ ਹੈ, ਉਹਨਾਂ ਨੂੰ ਓਬਵੀਅਸਲੀ ਬਾਇਓਗ੍ਰਾਫੀਜ਼ ਆਫ देयर ਹੀਰੋਜ਼ ਉਹ ਜ਼ਰੂਰ ਉਹਦੇ ਪੜ੍ਹਨਾ ਚਾਹੀਦਾ ਹੈ। ਔਰ ਇਹ ਦੱਸਣੀਆਂ ਕਿਹਨਾਂ ਨੇ? ਇਹ ਦੱਸਣੀਆਂ ਤੁਹਾਡੇ ਵਰਗੇ ਜਿਹੜੇ ਰਾਈਟਰਸ ਨੇ, ਜਿਹੜੇ ਸਾਡੇ ਜਿਨ੍ਹਾਂ ਦਾ ਜ਼ਿੰਦਗੀ ਦਾ ਤਜਰਬਾ ਹੈ, ਔਰ ਤੁਸੀਂ ਉਸ ਪਾਸੇ ਨੂੰ ਬੜਾ ਅੱਛਾ ਕੰਮ ਕਰ ਰਹੇ ਹੋ। ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਦੱਸਦਿਆਂ ਕਿ ਤੁਹਾਨੂੰ ਸਾਲ 2008 ਦੇ ਵਿੱਚ ਪੰਜਾਬ ਰਤਨ ਅਵਾਰਡ ਜਿਹੜਾ ਜੀ ਉਸ ਦੇ ਨਾਲ ਤੁਹਾਨੂੰ ਨਿਵਾਜਿਆ ਗਿਆ। ਔਰ ਜਿਹੜੇ ਤੁਹਾਡੇ ਕੰਮ ਨੇ ਜੀ, ਜਿਹੜੇ ਨੌਜਵਾਨਾਂ ਲਈ ਔਰ ਖਾਸ ਤੌਰ ਦੇ ਉੱਤੇ ਸਮੁੱਚੇ ਸਮਾਜ ਦੇ ਲਈ ਤੁਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਚੱਲਦੇ ਹੋ, ਇਹ ਤੁਹਾਡੀ ਕਲਮ ਇਸੇ ਤਰ੍ਹਾਂ ਚੱਲਦੀ ਰਹੇ, ਇਸ ਉਮੀਦ ਅਤੇ ਆਸ ਦੇ ਨਾਲ ਤੁਹਾਡਾ ਸਾਡੇ ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦੇ ਲਈ ਔਰ ਆਪਣੇ ਬਾਰੇ ਔਰ ਆਪਣੀ ਜਿਹੜੀ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ। ਔਰ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਕਿ ਜਿਹੜੀਆਂ ਤੁਹਾਡੀਆਂ ਪੁਸਤਕਾਂ ਨੇ ਉਹ ਕਿੱਥੋਂ
ਖਰੀਦੀਆਂ ਜਾ ਸਕਦੀਆਂ ਨੇ। ਲਿੰਕ ਅਸੀਂ ਜਿਹੜਾ ਜ਼ਰੂਰ ਅਸੀਂ ਅੱਗੇ ਆਪਣੇ ਇਹਦੇ ਵਿੱਚ ਪਾ ਦਿਆਂਗੇ ਜੀ। ਇਹ ਜਿਹੜੀਆਂ ਲੇਟੈਸਟ ਬੁੱਕਸ ਨੇ ਉਹ ਤਾਂ Amazon ਦੇ ਉੱਤੇ ਅਵੇਲੇਬਲ ਨੇ, ਪਰ ਪਹਿਲਾਂ ਕਿਉਂਕਿ ਕੋਈ ਸਿਸਟਮ ਨਹੀਂ ਸੀ ਹੁੰਦਾ, ਉਹ ਤਾਂ ਪਬਲਿਸ਼ਰ ਹੀ ਫਿਰ ਉਹਨਾਂ ਨੂੰ ਕਰਦਾ ਡਿਸਟ੍ਰੀਬਿਊਟ, ਤੇ ਪਬਲਿਸ਼ਰ ਕੋਲ ਹੀ ਹੈ ਸਿਸਟਮ। ਪਰ ਜਿਹੜੀਆਂ ਲੇਟੈਸਟ ਬੁੱਕਸ ਨੇ ਉਹਨਾਂ ਦਾ ਮੈਂ ਲਿੰਕ ਵਗੈਰਾ ਜਿਹੜਾ ਨਾ Amazon ਦੇ ਉੱਤੇ ਉਹ ਅਵੇਲੇਬਲ ਨੇ। ਬਹੁਤ ਅੱਛਾ ਜੀ। ਸੋ ਮੈਡਮ ਨਿਰਮਲ ਜਸਵਾਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਇਹਦੇ ਨਾਲ ਹੀ ਸ਼ੁਕਰੀਆ ਤੁਹਾਡਾ ਵੀ। ਇੱਕ ਗੱਲ ਮੈਂ ਹੋਰ ਦੱਸਦਾ ਕਿ ਥੈਂਕ ਯੂ ਨਾਗਰਾ ਸਾਹਿਬ ਫॉर ਹੈਵਿੰਗ ਮੀ। ਥੈਂਕ ਯੂ ਸੋ ਮਚ। ਇੱਕ ਮਿੰਟ ਕਰਨਲ ਸਾਹਿਬ, ਜਿਹੜਾ ਤੁਸੀਂ ਇੰਨਾ ਕੁਝ ਕੰਮ ਕਰ ਰਹੇ ਹੋ, ਇਹ ਨਾਗਰਾ ਸਾਹਿਬ ਵੀ ਇੱਥੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ, ਤੇ ਯੂਥ ਨੂੰ ਇਹਨਾਂ ਨੇ ਬਹੁਤ ਜੋੜਿਆ ਹੈ, ਤੇ ਹਿਊਮੈਨਿਟੇਰੀਅਨ ਗਰਾਊਂਡ ਤੇ ਵੀ ਬੜਾ ਕੁਝ ਸੇਵਾ ਕਰ ਰਹੇ ਨੇ। ਤੇ ਮੇਰੇ ਵੱਲੋਂ ਵੀ ਥੈਂਕ ਯੂ। ਤੇ ਤੁਹਾਡਾ ਸੇਵਾ ਜਿਹੜੀ ਹੈ, ਸੇਵਾ ਤੇ ਸਾਡੇ ਧਰਮ ਦਾ ਇੱਕ ਹਿੱਸਾ ਹੈ, ਬਹੁਤ ਇੰਪੋਰਟੈਂਟ ਹਿੱਸਾ ਹੈ, ਤੇ ਸੇਵਾ ਕਰਨੀ ਬਹੁਤ ਜ਼ਰੂਰੀ ਹੈ। ਸਿਹਤਮੰਦ ਰਹੋ ਤੁਸੀਂ ਹੁਣ ਸਾਰਾ ਕੁਝ। ਥੈਂਕ ਯੂ ਫॉर ਹੈਵਿੰਗ ਮੀ ਸਰ। ਬਹੁਤ ਅੱਛਾ ਜੀ, ਥੈਂਕ ਯੂ ਵੈਰੀ ਮਚ। ਸੋ ਇਹ ਸੀ ਸਾਡਾ ਅੱਜ ਦਾ ਹੈਲੋ ਕੈਨੇਡਾ ਟੀਵੀ ਪ੍ਰੋਗਰਾਮ। ਹੁਣ ਦਿਓ ਇਜਾਜ਼ਤ, ਹੱਸਦੇ ਵਸਦੇ ਰਹੋ। ਧੰਨਵਾਦ।